प्रोग्राम की शुरुआत करांगे कनेडा चीन संबंधों तो जिहड़े कि लगातार गरमाउंदे जा रहे आ। कल कैनेडा ने ऐलान किया सीगा कि वो चीन के एक डिप्लोमैट नूं बाहर कढ़ रहे हैं। कारण यह सीगा कि एक कंजरवेटिव MP ने उन्होंने उत्ते उन्होंने धमकाउण दे वास्ते माइकल चोंग जिहड़े ने उन्होंने धमकाउण उन्होंने परिवार नूं तंग परेशान किया गया। हांगकांग दे विच रिश्तेदारां नूं तंग परेशान किया गया। इस बदले कैनेडा ने ऐलान कल किया सीगा कि वो चीन के एक डिप्लोमैट नूं कढ़ रहे आ, क्योंकि उहदे विच सीधा हत्थ जिहड़ा सीगा। सो अक्सर ये हुंदा है कि जदों एक मुल्क दूजे मुल्क के डिप्लोमैट नूं कढ़दा ते उधरों भी फिर बराबर कार्रवाई की जाती है। सो चीन ने भी इस जिहड़ा कार्रवाई के उत्ते जवाबी कार्रवाई करदिआं कनेडा की एक डिप्लोमैट नूं अपना मुल्क छड्डण वास्ते कह दिता है। सो नाल ही चीन ने बयान भी दिता, कहंदे भी जो कैनेडा कर रहा आ ਉਹਦੇ वास्ते सही नहीं, इस दे नाल साडे आपसी संबंध जिहड़े आ खराब होने आ ते असीं चाहुंदे नहीं अजिहा कि साडे दरम्यान संबंध खराब होण, पर क्योंकि कैनेडा ने कार्रवाई की आ इस करके सानूं जवाबी कार्रवाई करनी पैनी आ। पिछले कुछ अरसे तो जिहड़े सारे पश्चिमी मुल्क आ इन्हां दे चीन दे नाल संबंध जिहड़े आ विगड़ रहे आ। ਉਹਦਾ ਵੱਡਾ ਕਾਰਨ ਇਹ ਹੈ ਕਿ ਚੀਨ ਬਹੁਤ ਵੱਡਾ ਹੋ ਰਿਹਾ, ਉਹਦੀ ਜਿਹੜੀ ਫੋਰਨ ਇੰਟਰਫੀਅਰੈਂਸ ਖਾਸ ਕਰਕੇ ਕੈਨੇਡਾ ਦੇ ਵਿੱਚ ਦਖਲਅੰਦਾਜ਼ੀ ਆ ਉਹ ਕਾਫੀ ਵਧੀ ਹੋਈ ਆ। ਪੱਛਮੀ ਮੁਲਕਾਂ ਦਾ ਜਿਹੜਾ ਸਮੂਹ ਆ ਜਿਹਦੇ ਵਿੱਚ ਅਮਰੀਕਾ, ਕੈਨੇਡਾ, ਚੀਨ, ਆਸਟ੍ਰੇਲੀਆ, ਨਿਊਜ਼ੀਲੈਂਡ ਵਗੈਰਾ ਮੁਲਕ ਸ਼ਾਮਲ ਆ, ਇਹਨਾਂ ਨੂੰ ਲੱਗਦਾ ਆ ਕਿ ਚੀਨ ਦਾ ਵੱਡਾ ਹੋਣਾ ਸਾਡੇ ਵਾਸਤੇ ਖਤਰਾ ਆ ਤੇ ਇਸ ਤੋਂ ਪਹਿਲਾਂ ਕਿ ਉਹ ਵੱਡਾ ਹੋ ਕੇ ਸਾਨੂੰ ਤੰਗ ਪਰੇਸ਼ਾਨ ਕਰੇ, ਇਸ ਤੋਂ ਪਹਿਲਾਂ ਹੀ ਉਹਨੂੰ ਨੱਪਣ ਦੀ ਲੋੜ ਆ। ਇਸ ਕਰਕੇ ਇੱਕ ਜਿਹੜੀ ਠੰਡੀ ਜੰਗ ਆ ਉਹ ਚੱਲ ਰਹੀ ਆ ਤੇ ਠੰਡੀ ਜੰਗ ਕਿਤੇ ਕਿਤੇ ਵਿੱਚ ਵਿਚਾਲੇ ਗਰਮਾ ਜਾਂਦੀ ਆ ਤੇ ਇਹ ਡਿਪਲੋਮੈਟ ਕਢਾਉਣ ਦੀ ਕਾਰਵਾਈ ਵੀ ਇਸੇ ਸੰਦਰਭ ਦੇ ਵਿੱਚ ਦੇਖੀ ਜਾਣੀ ਚਾਹੀਦੀ ਆ। ਇਸ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਦੀ। ਤਕਰੀਬਨ 1 ਸਾਲ ਘਰਾਂ ਦੀ ਮਾਰਕੀਟ ਜਿਹੜੀ ਆ ਠੰਡੀ ਰਹੀ ਆ, ਕੀਮਤਾਂ ਬੜੀਆਂ ਨਰਮ ਹੋਈਆਂ। ਜਿਹੜੇ ਘਰ 2021 ਦੇ ਵਿੱਚ ਐਂਡ ਵਿੱਚ ਜਾਂ 2022 ਦੀ ਸ਼ੁਰੂਆਤ ਦੇ ਵਿੱਚ 17-18 ਲੱਖ ਦੇ ਵਿਕ ਰਹੇ ਸੀਗੇ, ਉਹ ਘਟ ਘਟਾ ਕੇ 12-13 ਲੱਖ ਦੇ ਉੱਤੇ ਆ ਗਏ ਸੀਗੇ। 2-3 ਮਹੀਨੇ ਪਹਿਲੇ ਹਾਲਾਤ ਇਹ ਸੀਗੇ ਕਿ ਘਰ ਨੂੰ ਕੋਈ ਹੱਥ ਨਹੀਂ ਸੀ ਪਾ ਰਿਹਾ। ਉਹਦਾ ਕਾਰਨ ਕੀ ਸੀਗਾ ਕਿ ਇੰਟਰਸਟ ਰੇਟ ਜਿਹੜੇ ਆ ਬਹੁਤ ਉੱਪਰ ਗਏ ਹੋਏ ਸੀਗੇ। ਬੈਂਕ ਆਫ ਕੈਨੇਡਾ ਜਿਹੜੀ ਆ ਉਹਦੇ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀ ਕਿ ਇੰਟਰਸਟ ਰੇਟ ਉੱਪਰ ਜਾਊਗਾ। ਹੁਣ ਕੀ ਹੋਇਆ ਕਿ 2 ਮਹੀਨੇ ਹੋ ਗਏ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾਏ ਨਹੀਂ। ਮਾਰ ਵੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ ਵੀ ਜਿੰਨਾ ਕੁ ਵਾਧਾ ਹੋਣਾ ਸੀਗਾ ਹੋ ਹਟਿਆ, ਅਤੇ ਇਹ ਵੀ ਕਹਿਣ ਲੱਗ ਪਿਆ ਕਿ ਹੁਣ ਗਾਂਹ ਜਿਹੜਾ ਚੰਗਾ ਸਮਾਂ ਹੀ ਆਉਣਾ ਆ, ਮਾੜਾ ਸਮਾਂ ਰੁਕ ਗਿਆ ਆ। ਸੋ ਉਹਦੇ ਨਾਲ ਹਾਲਾਤ ਇਹੋ ਜਿਹੇ ਬਣੇ ਆ ਵੱਡੇ ਸ਼ਹਿਰਾਂ 'ਚ ਖਾਸ ਕਰਕੇ ਜਿਵੇਂ ਕਿ ਗ੍ਰੇਟਰ ਵੈਨਕੂਵਰ ਏਰੀਆ ਜਾਂ ਗ੍ਰੇਟਰ ਟੋਰਾਂਟੋ ਏਰੀਆ ਆ, ਜਿਹੜੇ ਲੋਕਾਂ ਕੋਲ ਪੈਸਾ ਸੀਗਾ ਉਹ ਹੋਲਡ ਕਰਕੇ ਬੈਠੇ ਸੀਗੇ, ਉਹਨਾਂ ਨੇ ਇੱਕਦਮ ਮਾਰਕੀਟ ਦੇ ਵਿੱਚ ਸਰਗਰਮੀ ਵਧਾ ਦਿੱਤੀ ਆ। ਜੇਕਰ ਗ੍ਰੇਟਰ ਵੈਨਕੂਵਰ ਇਲਾਕੇ ਦੀ ਗੱਲ ਕਰੀਏ ਤਾਂ ਵੈਨਕੂਵਰ, ਰਿਚਮੰਡ, ਸਰੀ ਡੈਲਟਾ, ਲੈਂਗਲੀ, ਕੋਕਿਟਲਮ, ਪੋਰਟ ਕੋਕਿਟਲਮ, ਇੱਥੋਂ ਤੱਕ ਐਬਸਫੋਰਡ ਦੇ ਵਿੱਚ ਪੂਰੀ ਅੱਗ ਲੱਗੀ ਹੋਈ ਆ। ਘਰਾਂ ਦੇ ਉੱਤੇ ਫਿਰ ਉਹੀ ਹਾਲ ਹੋ ਗਿਆ, ਮਲਟੀਪਲ ਆਫਰਸ ਆ ਰਹੀਆਂ, ਓਪਨ ਹਾਊਸ ਲੱਗਦਾ, ਵਿਆਹ ਵਾਲਾ ਮਾਹੌਲ ਹੁੰਦਾ ਉੱਥੇ। ਉਸ ਤੋਂ ਬਾਅਦ ਦੇ ਵਿੱਚ ਇਕੱਠੀਆਂ ਆਫਰਾਂ ਲਈਆਂ ਜਾਂਦੀਆਂ, ਆਫਰਸ ਦੇ ਵਿੱਚੋਂ ਫਿਰ ਜਿਹੜੀਆਂ ਸਬਜੈਕਟ ਫਰੀ ਆ, ਕੈਸ਼ ਆਫਰਸ ਆ, ਉਹ ਚੁਣੀਆਂ ਜਾਂਦੀਆਂ। ਅਤੇ ਹਾਲਾਤ ਇਹ ਬਣੇ ਹੋਏ ਆ ਕਿ ਕੈਸ਼ ਆਫਰਸ ਵੀ ਕਈ ਹੁੰਦੀਆਂ, ਉਹਨਾਂ ਦੇ ਵਿੱਚੋਂ ਫਿਰ ਜਿਹੜੀ ਸਭ ਤੋਂ ਵੱਡੀ ਆ ਉਹ ਚੁਣੀ ਜਾਂਦੀ ਹੈ ਅਤੇ ਜਿਹੜੀ ਸੈਲਰ ਨੂੰ ਵਧੀਆ ਲੱਗਦੀ ਆ। ਸੋ ਜਿਹੜੇ ਘਰ ਕਹਿ ਲਓ ਵੀ 2-2.5 ਮਹੀਨੇ ਪਹਿਲਾਂ 12.5 ਦੇ ਨਹੀਂ ਵਿਕ ਰਹੇ ਸੀਗੇ, ਉਹ ਹੁਣ 14.5, 15, ਸਵਾ 15 ਦੇ ਆਰਾਮ ਦੇ ਨਾਲ ਜਿਹੜੇ ਆ ਵਿਕ ਰਹੇ ਆ। ਅਤੇ ਉਹੀ ਲੋਕ ਆ ਅਤੇ ਹੁਣ ਕੋਈ ਵਿਆਜ ਨਹੀਂ ਘਟਿਆ, ਵਿਆਜ ਦਰਾਂ ਵੀ ਉੱਥੇ ਹੀ ਆ, ਕਿਸ਼ਤ ਵੀ ਉੱਡੀ ਬਣਨੀ ਆ। ਪਰ ਇਹ ਅਚਾਨਕ ਹੋਇਆ ਕੀ ਆ, ਇਹ ਕਿਸੇ ਦੀ ਸਮਝ ਦੇ ਵਿੱਚ ਨਹੀਂ ਆ ਰਿਹਾ। ਜਿਹੜੇ ਮੁੱਖ ਤੌਰ ਦੇ ਉੱਤੇ ਕਾਰਨ ਸਮਝ 'ਚ ਆ ਰਹੇ ਆ ਉਹ ਇਹੀ ਆ ਵੀ ਲੋਕਾਂ ਕੋਲ ਪੈਸਾ ਹੈ, ਖਾਸ ਕਰਕੇ ਜਿਹੜੇ ਨਿਵੇਸ਼ਕ ਆ, ਚਾਹੇ ਉਹਨਾਂ ਨੇ ਪਹਿਲਾਂ ਕਿਤੋਂ ਪੈਸਾ ਸੇਵ ਕੀਤਾ ਹੋਇਆ ਸੀਗਾ, ਕੋਈ ਪ੍ਰੋਪਰਟੀ ਵੇਚੀ ਹੋਈ ਸੀਗੀ, ਕਿਸੇ ਨੇ ਸ਼ੇਅਰ ਮਾਰਕੀਟ ਦੇ ਵਿੱਚੋਂ ਪੈਸਾ ਕੱਢਿਆ, ਕਿਸੇ ਨੂੰ ਬਾਹਰੋਂ ਪੈਸਾ ਆਇਆ, ਖਾਸ ਕਰਕੇ ਭਾਰਤ ਤੋਂ ਪੈਸਾ ਬਹੁਤ ਆ ਰਿਹਾ ਆ। ਸੋ ਉਸ ਪੈਸੇ ਦੇ ਸਿਰ ਦੇ ਉੱਤੇ ਪ੍ਰੋਪਰਟੀਆਂ ਲੈ ਰਹੇ ਆ। ਮਾਰਕੀਟ ਦੇ ਵਿੱਚ ਪ੍ਰੋਪਰਟੀਆਂ ਦੀ ਘਾਟ ਬੜੀ ਆ। ਜੇਕਰ 100 ਬੰਦਾ ਘਰ ਖਰੀਦਣਾ ਚਾਹੁੰਦਾ, ਉਸ ਇਲਾਕੇ 'ਚ ਘਰ 10 ਹੁੰਦੇ ਆ, ਇਸ ਕਰਕੇ ਕੰਪੀਟੀਸ਼ਨ ਬਹੁਤ ਆ। ਹੁਣ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਿਹੜੀ ਇੱਕ ਨਵੀਂ ਗੱਲ BC ਵਿੱਚ ਉਹ ਇਹ ਹੋਈ ਆ ਕਿ BC ਸਰਕਾਰ ਨੇ ਨਵਾਂ ਮਹਿਕਮਾ ਬਣਾਤਾ ਹਾਊਸਿੰਗ ਦਾ, ਅਤੇ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਤਾਂ ਜ਼ੋਨਿੰਗਾਂ ਚੱਕ ਦੇਣੀਆਂ ਸਾਰੀ BC ਦੇ ਵਿੱਚ। ਜਗ੍ਹਾ ਜਿਹੜੀ ਆ ਘੇਰੀ ਬੈਠੇ ਲੋਕ ਆ ਉਹਨਾਂ ਨੂੰ ਹਟਾ ਕੇ ਉੱਥੇ ਵੱਧ ਤੋਂ ਵੱਧ ਜਿਹੜੀ ਆ ਡੈਂਸਿਟੀ ਦੇਣੀ ਆ। ਮਤਲਬ ਜਿੱਥੇ ਕਿ 6-7 ਹਜ਼ਾਰ ਜਾਂ 8 ਹਜ਼ਾਰ ਸਕੁਅਰ ਫੀਟ ਲੋਟ ਆ, ਜੇ ਉੱਥੇ ਘਰ ਜਿਹੜਾ ਸਿੰਗਲ ਫੈਮਿਲੀ ਹੋਮ ਆ ਢਾਉਣ ਵਾਲਾ ਆ, ਉਦੋਂ ਬਾਅਦ ਦੇ ਵਿੱਚ ਉੱਥੇ ਜਾਂ ਤਾਂ ਵੱਧ ਬੇਸਮੈਂਟ ਵਾਲੇ ਘਰ ਦਿੱਤੇ ਜਾਣਗੇ ਜਾਂ ਫਿਰ ਡੁਪਲੈਕਸ, 4ਪਲੈਕਸ ਜਾਂ 8ਪਲੈਕਸ ਵੀ ਦਿੱਤੇ ਜਾ ਸਕਦੇ ਆ, ਜਿਵੇਂ ਕਿ ਕਲੋਨੇ ਹਾਲ ਹੋਇਆ। ਸੋ ਇਹੀ ਗੱਲ ਕਰਕੇ ਕਲੋਨੇ ਕੈਮਲੂਸ ਵੀ ਮਾਰਕੀਟ ਜਿਹੜੀ ਤੇਜ਼ ਹੋਈ ਸੀ, ਹੁਣ ਫਿਰ ਹੋ ਰਹੀ ਆ। ਅਤੇ ਇਹ ਕੁਝ ਕਾਰਨ ਨੇ ਜਿਨ੍ਹਾਂ ਨੇ ਮਾਰਕੀਟ ਖਾਸ ਕਰਕੇ BC ਦੇ ਵਿੱਚ ਮਹਿੰਗਾਈ ਆ। ਇਹੀ ਹਾਲ ਟੋਰਾਂਟੋ ਵਿੱਚ ਆ, ਇਨਵੈਂਟੋਰੀ ਘੱਟ ਆ,
ਉੱਥੇ ਵੀ ਕੀਮਤ ਜਿਹੜੀ ਆ ਉੱਪਰ ਜਾ ਰਹੀ ਆ। ਹੁਣ ਇਸ ਸਾਰੇ ਵਾਸਤੇ ਦੇ ਵਿੱਚ ਜੇ ਕੋਈ ਪੈਸਾ ਰਿਹਾ ਤਾਂ ਉਹ ਹੈਗਾ ਫਸਟ ਟਾਈਮ ਬਾਇਰ, ਜਿਹੜਾ ਜਿਹਨੇ ਪਹਿਲੀ ਵਾਰੀ ਘਰ ਖਰੀਦਣਾ ਹੁੰਦਾ। ਇੱਕ ਤਾਂ ਉਹ ਕੋਈ ਵੈਸੇ ਡਾਊਨ ਪੇਮੈਂਟ ਬੜੀ ਘੱਟ ਹੁੰਦੀ ਆ, ਉਹਦੀ ਇਨਕਮ ਬੜੀ ਲਿਮਟਿਡ ਜਿਹੀ ਹੁੰਦੀ ਆ। ਜਦੋਂ ਇੰਟਰਸਟ ਰੇਟ ਉੱਪਰ ਚਲੇ ਗਏ ਤਾਂ ਉਹਦੇ ਨਾਲ ਸਭ ਤੋਂ ਵੱਧ ਨੁਕਸਾਨ ਉਹਨੂੰ ਹੋਇਆ ਕਿ ਉਹ ਤਾਂ ਪਹਿਲੇ ਹੀ ਮਸੀਂ ਕੁਆਲੀਫਾਈ ਕਰ ਰਿਹਾ ਸੀ ਮੌਰਗੇਜ ਵਾਸਤੇ। ਜਦੋਂ ਇੰਟਰਸਟ ਰੇਟ ਵੱਧ ਗਿਆ, ਪੇਮੈਂਟ ਵੱਡੀ ਹੋ ਗਈ, ਉਹ ਬਿਲਕੁਲ ਹੀ ਕੁਆਲੀਫਾਈ ਨਹੀਂ ਹੋ ਰਿਹਾ। ਤੇ ਉੱਤੋਂ ਮਲਟੀਪਲ ਆਫਰ ਸਿਨੈਰੀਓ ਦੇ ਵਿੱਚ ਸਬਜੈਕਟ ਵਾਲੀ ਆਫਰ ਕੋਈ ਰਿਐਲਟਰ ਦਿਖਾ ਕੇ ਰਾਜੀ ਨਹੀਂ ਹੈਗਾ। ਉਹ ਲੋਕ ਜਿਹੜੇ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਸੀਗੇ ਕਿ ਨਵੇਂ ਬੰਦੇ ਲਈ ਘਰ ਲੈਣਾ ਬੜਾ ਔਖਾ ਆ, ਉਹ ਸ਼ਿਕਾਇਤ ਹੁਣ ਹੋਰ ਵਾਜਬ ਹੋ ਗਈ ਆ। ਨਵੇਂ ਚਾਹੇ ਤੁਸੀਂ ਬਾਹਰੋਂ ਆਏ ਹੋਏ ਆ, ਚਾਹੇ ਤੁਸੀਂ ਕੈਨੇਡੀਅਨ ਜੰਪਲ ਆ, ਜੇਕਰ ਤੁਸੀਂ ਕਿਸੇ ਕੋਂਡੋ ਟਾਊਨ ਹਾਊਸ ਜਾਂ ਘਰ ਦੇ ਵਿੱਚ ਵੜਨਾ ਆ, ਉਹਦੇ ਵਾਸਤੇ ਜਿਹੜੀਆਂ ਕੁਆਲੀਫਿਕੇਸ਼ਨਸ ਆ ਬੜੀਆਂ ਸਖਤ ਹੋ ਗਈਆਂ ਨਵੇਂ ਬੰਦੇ ਵਾਸਤੇ। ਹਾਲਾਂਕਿ ਕੋਸ਼ਿਸ਼ ਤਾਂ ਇਹ ਸੀਗੀ ਵੀ ਕੀਮਤਾਂ ਘਟਣਗੀਆਂ, ਨਵੇਂ ਬੰਦਿਆਂ ਦਾ ਹੱਥ ਪੈ ਜਾਊਗਾ, ਪਰ ਹੋਇਆ ਉਲਟਾ ਵੀ ਜਦੋਂ ਕੀਮਤਾਂ ਘਟੀਆਂ, ਇੰਟਰਸਟ ਰੇਟ ਵੱਧ ਗਏ, ਉਦੋਂ ਵੀ ਉਹਨਾਂ ਦਾ ਹੱਥ ਨਹੀਂ ਪਿਆ। ਹੁਣ ਜਦੋਂ ਮਾਰਕੀਟ ਫਿਰ ਗਰਮ ਹੋ ਗਈ ਆ ਤੇ ਨਾਲ ਕੈਸ਼ ਆਫਰਾਂ ਫਿਰ ਆਉਣ ਲੱਗ ਪਈਆਂ, ਨਵੇਂ ਬੰਦੇ ਦਾ ਫਿਰ ਵੀ ਹੱਥ ਨਹੀਂ ਪੈ ਰਿਹਾ। ਸੋ ਨਵੇਂ ਬੰਦੇ ਜਿਹੜੇ ਜੀ ਉਹ ਕਾਫੀ ਪਰੇਸ਼ਾਨ ਆ, ਚਾਹੇ ਉਹ ਕੈਨੇਡੀਅਨ ਜੰਪਲ ਆ ਤੇ ਚਾਹੇ ਭਾਰਤ ਤੋਂ ਜਾਂ ਬਾਹਰੋਂ ਕਿਤੇ ਹੋਰ ਆਏ ਹੋਏ ਆ। ਫਿਰ ਲੋਕ ਇਹ ਪੁੱਛਦੇ ਆ ਵੀ ਜੇਕਰ ਉਹ ਫਿਰ ਉਹ ਜਾਣ ਤਾਂ ਕਰਨ ਕੀ, ਕਿੱਥੇ ਜਾਣ। ਸੋ ਇਹਦੇ ਵਿੱਚ ਜਿਹੜੀ ਗੱਲ ਇਹ ਆ ਕਿ ਜਿਹੜੇ ਵੱਡੇ ਸ਼ਹਿਰ ਹੁੰਦੇ ਆ, ਚਾਹੇ ਉਹ ਬੰਬੇ ਆ, ਚਾਹੇ ਉਹ ਨਿਊਯਾਰਕ ਆ ਜਾਂ ਹਾਂਗਕਾਂਗ ਆ, ਉੱਥੇ ਡਿਮਾਂਡ ਇੰਨੀ ਹੋ ਜਾਂਦੀ ਆ, ਲੋਕੀ ਜ਼ਿਆਦਾ ਵੱਧ ਰਹਿਣਾ ਚਾਹੁੰਦੇ ਆ, ਕੀਮਤਾਂ ਉੱਪਰ ਜਾਂਦੀਆਂ। ਸੋ ਚਾਹੀਦਾ ਤਾਂ ਇਹ ਹੈ ਕਿ ਕਿਸੇ ਹੋਰ ਇਲਾਕੇ ਦੇ ਵਿੱਚ ਪ੍ਰਵਾਸ ਕੀਤਾ ਜਾਵੇ। ਕੈਨੇਡਾ ਦੇ ਵਿੱਚ ਹੋਰ ਬਹੁਤ ਸਾਰੇ ਸ਼ਹਿਰ ਆ, BC ਦੇ ਵਿੱਚ ਇੰਟੀਰੀਅਰ 'ਚ ਜਾਇਆ ਜਾ ਸਕਦਾ। ਅਦਰਵਾਈਜ਼ ਜਿਹੜਾ ਆ ਤੁਸੀਂ ਜੇਕਰ ਕਲੋਨੇ, ਕੈਮਲੂਸ, ਪ੍ਰਿੰਸ ਜੌਰਜ ਨਹੀਂ ਜਾਣਾ ਚਾਹੁੰਦੇ ਤਾਂ ਫਿਰ ਕੈਲਗਰੀ, ਐਡਮਿੰਟਨ ਜਾ ਸਕਦੇ ਆ, ਵਿਨੀਪੈਗ ਜਾ ਸਕਦੇ ਆ। ਉੱਥੇ ਕੀਮਤਾਂ ਬੜੀਆਂ ਵਧੀਆ, ਘਰ ਜਿਹੜੇ ਬੜੇ ਸਸਤੇ ਮਿਲ ਰਹੇ ਆ, ਕੰਮਕਾਰ ਵੀ ਉੱਥੇ ਹੈਗੇ ਆ। ਪਰ ਗੱਲ ਕੀ ਆ ਵੀ ਜਿਹਨੂੰ ਸਰੀ ਤੇ ਬਰੈਂਪਟਨ ਦੇ ਪਕੌੜਿਆਂ ਦਾ ਭੁੱਸ ਪੈ ਗਿਆ, ਰਿਸ਼ਤੇਦਾਰੀ ਦੇ ਵਿੱਚ ਯਾਰੀ ਦੋਸਤੀ 'ਚ ਬਹਿਣਾ ਉੱਠਣ ਦਾ ਭੁੱਸ ਪੈ ਗਿਆ, ਉਹ ਫਿਰ ਛੋਟੇ ਸ਼ਹਿਰਾਂ ਜੋਗਾ ਰਹਿੰਦਾ ਨਹੀਂ। ਵੱਡੇ ਸ਼ਹਿਰ ਦੇ ਵਿੱਚ ਘਰ ਲੈਣ ਦੀ ਸਮਰੱਥਾ ਜਿਹੜੀ ਆ ਦਿਨ ਬ ਦਿਨ ਘਟ ਰਹੀ ਆ, ਹਰੇਕ ਲਈ ਘਟ ਰਹੀ ਹੈ। ਇਹ ਨਹੀਂ ਵੀ ਇਕੱਲੇ ਇਮੀਗ੍ਰੈਂਟਾਂ ਲਈ, ਜਿਹੜੇ ਨਵੇਂ ਇੱਧਰਲੇ ਬੌਰਨ ਬੱਚੇ ਆ ਉਹਨਾਂ ਲਈ ਵੀ। ਸੋ ਉਹ ਫਿਰ ਰਾਹ ਇਹੀ ਬਚਦਾ ਵੀ ਉਹ ਆਲੇ ਦੁਆਲੇ ਖਿਲਰਨ, ਜਿਹੜੇ ਛੋਟੇ ਸ਼ਹਿਰ ਆ ਉੱਥੋਂ ਦੀ ਜਾ ਕੇ ਆਬਾਦੀ ਵਧਾਉਣ, ਉੱਥੇ ਉਹਨਾਂ ਦੀ ਸੌਖੀ ਲਾਈਫ ਲੰਘ ਸਕਦੀ ਆ। ਜਿਹੜੇ ਲੋਕ ਗਏ ਆ, ਜਦੋਂ ਅਸੀਂ ਉਹਨਾਂ ਦੇ ਰਿਵਿਊ ਪੜ੍ਹਦੇ ਹਾਂ ਤਾਂ ਉਹ ਦੱਸਦੇ ਆ ਕਿ ਸਾਡੀ ਜ਼ਿੰਦਗੀ ਵੀ ਸੌਖੀ ਆ, ਪਰਿਵਾਰ ਨਾਲ ਸਮਾਂ ਬਿਤਾਉਣ ਲਈ ਘੰਟੇ ਵੀ ਵੱਧ ਮਿਲਦੇ ਆ, ਅਤੇ ਵੈਸੇ ਵੀ ਕੈਨੇਡਾ ਦੇ ਵਿੱਚ ਹੋਣ ਦੀ ਫੀਲਿੰਗ ਜਿਹੜੀ ਆ ਉਹ ਆਉਂਦੀ ਆ। ਸੋ ਨਵੇਂ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਰਿਹਾ ਵੀ ਉਹ ਇੱਕ ਪਾਸੇ ਹੋ ਕੇ ਹੁਣ ਹੋਰ ਛੋਟੇ ਸ਼ਹਿਰਾਂ ਵੱਲ ਨੂੰ ਜਿਹੜੀ ਆ ਗੱਲ ਜਾਵੇ। ਇਹ ਗੱਲ ਵੱਖਰੀ ਆ ਕਿ RBC ਨੇ ਵੀ ਅੱਜ ਇੱਕ ਪੇਸ਼ਨਗੋਈ ਕੀਤੀ ਆ। ਉਹ ਕਹਿੰਦੇ ਵੀ ਕੈਨੇਡਾ ਦੇ ਵਿੱਚ ਗਾਂਹ ਜਾ ਕੇ ਬੇਰੁਜ਼ਗਾਰੀ ਦਰ ਜਿਹੜੀ ਆ ਵੱਧ ਜਾਣੀ ਆ, ਇਹ 6.5% ਤੇ ਚਲੇ ਜਾਣੀ ਆ। ਸੋ ਮਤਲਬ ਕੀ ਆ, ਹੌਲੀ ਹੌਲੀ ਕੰਮ ਘਟਣੇ ਆ। ਹੁਣ ਕੰਮ ਜਦੋਂ ਆਪਾਂ ਗੱਲ ਕਰਦੇ ਹਾਂ ਘਟਣ ਦੀ, ਉਹਦੇ ਵਿੱਚ ਦੇਖ ਰਹੇ ਜਿਹੜੀਆਂ ਲੇਬਰ ਜੋਬਸ ਆ ਉਹਨਾਂ ਦੀ ਹਲੇ ਸ਼ਾਰਟੇਜ ਆ ਰਹੀ ਆ। ਪਰ ਜਿਹੜੇ ਕੰਮ ਜਿਹੜੇ ਆ, ਕਿਸੇ ਕੋਲ ਸਕਿੱਲ ਆ, ਮਤਲਬ ਕਿਸੇ ਨੂੰ ਟਰੱਕ ਚਲਾਉਣਾ ਆਉਂਦਾ, ਕਿਸੇ ਨੂੰ ਕ੍ਰੇਨ ਚਲਾਉਣੀ ਆਉਂਦੀ ਆ, ਕਿਸੇ ਕੋਲ ਕੋਈ ਕੰਸਟਰਕਸ਼ਨ ਦਾ ਟ੍ਰੇਡ ਆ, ਪਲੰਬਿੰਗ ਦਾ ਕੰਮ ਉਹਨੂੰ ਆਉਂਦਾ ਆ, ਫਰੇਮਿੰਗ ਦਾ ਆਉਂਦਾ, ਉਹੋ ਜਿਹੇ ਬੰਦਿਆਂ ਦੀ ਬਹੁਤ ਲੋੜ ਆ। ਬੰਦੇ ਮਿਲ ਨਹੀਂ ਰਹੇ। ਕਿਚਨ ਕੈਬਨਟਾਂ 'ਚ ਕੰਮ ਕਰਨਾ, ਮਾੜਾ ਮੋਟਾ ਵੀ ਕਿਸੇ ਕੰਮ ਦਾ ਤਜਰਬਾ ਆ, ਉਹ ਬੰਦੇ ਮਿਲ ਨਹੀਂ ਰਹੇ। ਪਰ ਲੇਬਰ ਦੀ ਸ਼ਾਰਟੇਜ ਹੋ ਸਕਦੀ ਆ। ਸੋ ਕੈਨੇਡਾ ਦੇ ਭਵਿੱਖ ਦਾ ਕੀ ਬਣਨਾ ਆ, ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਹੋਇਆ। ਲੋਕ ਬਾਹਰੋਂ ਆ ਰਹੇ ਆ, ਆਬਾਦੀ ਵੱਧ ਰਹੀ ਆ, ਇਨਫਰਾਸਟਰਕਚਰ ਸਰਕਾਰ ਕੋਲੋਂ ਦੇ ਨਹੀਂ ਹੋ ਰਿਹਾ, ਉੱਤੋਂ ਘਰਾਂ ਦੀਆਂ ਕੀਮਤਾਂ, ਕਿਰਾਏ ਇੰਨੇ ਵੱਧ ਰਹੇ ਆ ਕਿ ਲੋਕਾਂ ਦਾ ਕੰਜ਼ਿਊਮਰ ਨਿਕਲਿਆ ਹੋਇਆ ਆ। ਸੋ ਇਹ ਚਾਰਾ ਜਿਹੜਾ ਇੱਕੋ ਹੀ ਬਚਦਾ ਕਿ ਜਿਹੜੇ ਖਾਲੀ ਪਏ ਇਲਾਕੇ ਆ, ਛੋਟੇ ਸ਼ਹਿਰ ਆ, ਉਹਨਾਂ ਦੇ ਵਿੱਚ ਇਨਫਰਾਸਟਰਕਚਰ ਵਧਾਇਆ ਜਾਵੇ। ਵੱਡੇ ਸ਼ਹਿਰਾਂ ਵਿੱਚੋਂ ਲੋਕਾਂ ਨੂੰ ਕੱਢ ਕੇ ਛੋਟੇ ਸ਼ਹਿਰਾਂ ਵੱਲ ਜਾਣ ਲਈ ਜਿਹੜਾ ਆ ਉੱਥੇ ਸਹਾਇਤਾ ਕੀਤਾ ਜਾਵੇ, ਤਾਂ ਬਚਾਅ ਹੋ ਸਕਦਾ ਹੈ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਦੀ। ਅਮਰੀਕਾ ਦੇ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ, ਚਾਹੇ ਉਹ ਰਾਸ਼ਟਰਪਤੀ ਸੀਗੇ ਚਾਹੇ ਰਾਸ਼ਟਰਪਤੀ ਨਹੀਂ ਰਹੇ, ਹਮੇਸ਼ਾ ਵਿਵਾਦਾਂ 'ਚ ਘਿਰੇ ਰਹੇ ਆ। ਹੁਣ ਇੱਕ ਮੈਗਜ਼ੀਨ ਰਾਈਟਰ ਨੇ, ਜੀਨ ਕੈਰਲ, ਉਹਨਾਂ ਨੇ ਉਹਦੇ 'ਤੇ ਦੋਸ਼ ਲਾਏ ਸੀਗੇ ਕਿ ਉਹਨਾਂ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਆ। ਇਸ ਸੰਬੰਧੀ ਇੱਕ ਜਿਊਰੀ ਜਿਹੜੀ ਆ ਉਹ ਕੇਸ ਸੁਣ ਰਹੀ ਸੀਗੀ। 1990 ਦਾ ਇਹ ਮਾਮਲਾ ਆ। ਜਿਊਰੀ ਨੇ ਜ਼ਬਰਦਸਤੀ ਦੀ ਗੱਲ ਤਾਂ ਨਹੀਂ ਮੰਨੀ, ਬਲਾਤਕਾਰ ਦੀ ਗੱਲ ਤਾਂ ਨਹੀਂ ਮੰਨੀ, ਪਰ ਸਰੀਰਕ ਛੇੜਛਾੜ ਦੀ ਗੱਲ ਮੰਨ ਲਈ ਆ। ਅਤੇ ਨਾਲ ਇਹ ਵੀ ਕਿਹਾ ਵੀ ਇਹ ਗੱਲ ਸਹੀ ਆ ਕਿ ਡੋਨਲਡ ਟਰੰਪ ਵੱਲੋਂ ਜਿਹੜਾ ਆ ਜੀਨ ਕੈਰਲ ਨੂੰ ਧਮਕਾਉਣ ਦੀ ਕੋਸ਼ਿਸ਼ ਵੀ ਜਿਹੜੀ ਆ, ਝੂਠਾ ਸਿੱਧ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ। ਸੋ ਜਿਊਰੀ ਨੇ ਇਸ ਮਾਮਲੇ ਵਿੱਚ ਡੋਨਲਡ ਟਰੰਪ ਦੇ ਉੱਤੇ ਜਿਹੜਾ ਜੀ $5 ਮਿਲੀਅਨ ਅਮਰੀਕਨ ਦਾ ਦੋਸ਼ ਲਾਇਆ ਵੀ ਉਹ ਕੰਪਨਸੇਸ਼ਨ ਕਰੇ ਇਸ ਰਾਈਟਰ ਨੂੰ, ਅਤੇ ਜਿਹੜਾ ਜੁਰਮਾਨਾ ਇੱਕ ਤਰੀਕੇ ਦੇ ਨਾਲ ਆਪਾਂ ਇਹਨੂੰ ਕਹਿ ਸਕਦੇ ਹਾਂ। ਸੋ ਇਸ ਮਾਮਲੇ ਦੇ ਵਿੱਚ ਟਰੰਪ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਆ। ਟਰੰਪ ਦਾ ਕਹਿਣਾ ਹੈ ਕਿ ਸਾਰਾ ਕੁਛ ਜਿਹੜਾ ਜੀ ਰੱਸਾ ਪੈੜਾ ਵੱਟਿਆ ਜਾ ਰਿਹਾ, ਇਸ ਕਰਕੇ ਆ ਕਿ ਮੈਨੂੰ ਲੋਕਾਂ 'ਚ ਬਦਨਾਮ ਕਰ ਦਿੱਤਾ ਜਾਵੇ ਅਤੇ ਮੈਂ ਅਗਲੇ ਰਾਸ਼ਟਰਪਤੀ ਦੀਆਂ ਚੋਣਾਂ ਜਿਹੜੀਆਂ ਉਹ ਨਾ ਲੜ ਸਕਾਂ। ਪਰ ਉਹ ਕਹਿੰਦੇ ਵੀ ਮੈਂ ਵੀ ਧਾਰੀ ਹੋਈ ਆ ਵੀ ਚੋਣਾਂ ਤਾਂ ਮੈਂ ਲੜਨੀਆਂ ਕਿਉਂਕਿ ਮੈਨੂੰ ਵੀ ਲੋਕਾਂ ਦਾ ਬਹੁਤ ਸਮਰਥਨ ਹਾਸਲ ਹੈ ਜੀ।
ਇਸ ਦੇ ਨਾਲ ਹੀ ਆਪਾਂ ਅਮਰੀਕਾ ਦੇ ਸੰਬੰਧਿਤ ਕੁਝ ਹੋਰ ਗੱਲਾਂ ਕਰਨੀਆਂ ਕਿ ਬੀਤੇ ਕੁਝ ਹਫ਼ਤਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਹਨੇ ਇਕੱਲੇ ਅਮਰੀਕਨ ਸਮਾਜ ਨੂੰ ਹੀ ਨਹੀਂ ਬਾਕੀ ਹੋਰ ਲੋਕਾਂ ਨੂੰ ਵੀ ਸੋਚਣ ਵਾਸਤੇ ਮਜਬੂਰ ਕੀਤਾ ਵੀ ਅਕਸਰ ਹੋ ਕੀ ਰਿਹਾ। ਪਹਿਲੀ ਘਟਨਾ ਲੂਜ਼ੀਆਨਾ ਸੂਬੇ ਦੀ ਅਮਰੀਕਾ ਦੀ, ਬੱਚੇ ਲੁਕਣ ਮਿੱਟੀ ਖੇਡ ਰਹੇ ਸੀਗੇ। 14 ਸਾਲਾਂ ਦੀ ਇੱਕ ਬੱਚੀ ਜਿਹੜੀ ਆ ਗੁਆਂਢੀ ਦੇ ਯਾਰਡ ਦੇ ਵਿੱਚ ਚਲੇ ਗਈ ਖੇਡਦਿਆਂ ਤੇ ਗੁਆਂਢੀ ਨੇ ਗੋਲੀ ਚਲਾ ਕੇ ਜਿਹੜੀ ਆ ਲੜਕੀ ਮਾਰ ਦਿੱਤੀ। ਬੜੇ ਘਿਨਾਉਣੇ ਢੰਗ ਦੇ ਨਾਲ ਉਹਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ। ਲੜਕੀ ਥੋੜ੍ਹੇ ਚਿਰ ਬਾਅਦ ਦਮ ਤੋੜ ਗਈ ਆ। ਡੇਵਿਡ ਡੋਇਲ ਨਾਂ ਦੇ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਹਦੀ ਪੁੱਛਗਿੱਛ ਕੀਤੀ ਗਈ ਹੈ ਤਾਂ ਇੰਨੀ ਗੱਲ ਦੱਸੀ ਆ, ਉਹ ਕਹਿੰਦੇ ਵੀ ਮੈਂ ਚਾਹੁੰਦਾ ਨਹੀਂ ਵੀ ਮੇਰੀ ਪ੍ਰੋਪਰਟੀ ਦੇ ਵਿੱਚ ਕੋਈ ਬਾਹਰੋਂ ਬੰਦਾ ਆਵੇ। ਮੈਂ ਆਪਣੀ ਪ੍ਰੋਪਰਟੀ ਦੇ ਵਿੱਚ ਪਰਛਾਵੇਂ ਘੁੰਮਦੇ ਦੇਖੇ ਤੇ ਪਰਛਾਵਿਆਂ ਦੇ ਅੰਦਾਜ਼ੇ ਦੇ ਨਾਲ ਮੈਂ ਗੋਲੀ ਚਲਾ ਦਿੱਤੀ ਤੇ ਇਹ ਗੋਲੀ ਜਿਹੜੀ ਇੱਕ ਬੱਚੀ ਨੂੰ ਲੱਗੀ। ਮੈਨੂੰ ਪਤਾ ਨਹੀਂ ਸੀਗਾ ਵੀ ਉਹ ਬੱਚੀ ਆ। ਹੁਣ ਇਸ ਮਾਮਲੇ ਦੇ ਉੱਤੇ ਉਹਦੇ 4 ਚਾਰਜ ਲਾਏ ਗਏ ਆ। ਕਤਲ ਦਾ ਮੁਕੱਦਮਾ ਜਿਹੜਾ ਚੱਲਣਾ ਆ। ਹਾਲ ਦੀ ਘੜੀ ਉਹ ਗ੍ਰਿਫਤਾਰ ਕੀਤਾ ਹੋਇਆ ਆ, ਪਰ ਉਸ ਨੂੰ ਚਾਰੇ ਪਾਸਿਓਂ ਲਾਹਣਤਾਂ ਪੈ ਰਹੀਆਂ ਵੀ ਐਡਾ ਕਿੱਡਾ ਕੁ ਦੋਸ਼ ਸੀਗਾ ਬੱਚੀ ਦਾ ਵੀ ਉਹਨੂੰ ਇਸ ਬਦਲੇ ਮਾਰ ਦਿੱਤਾ ਗਿਆ ਕਿ ਉਹ ਲੁਕਣ ਮਿੱਟੀ ਖੇਡਦਿਆਂ ਤੁਹਾਡੀ ਯਾਰਡ ਦੇ ਵਿੱਚ ਆ ਗਈ। ਸੋ ਇੱਕ ਪਹਿਲਾ ਕੇਸ ਨਹੀਂ ਹੈਗਾ। ਇਸ ਦੇ ਨਾਲ ਹੀ ਇੱਕ ਹੋਰ ਵਿਅਕਤੀ ਜਿਹੜਾ ਜੀ ਉਹਨੂੰ 6 ਸਾਲਾਂ ਦੀ ਬੱਚੀ ਫਲੋਰੀਡਾ ਦੇ ਵਿੱਚ ਗੁਆਂਢੀ ਨੇ ਇਸ ਕਰਕੇ ਉਹਦੇ ਗੋਲੀ ਮਾਰ ਦਿੱਤੀ ਕਿ ਉਹਦੀ ਬਾਲ ਜਿਹੜੀ ਸੀਗੀ ਉਹਦੀ ਬਾਸਕਟਬਾਲ ਬਾਲ ਰੁੜ ਕੇ ਗੁਆਂਢੀ ਦੇ ਡਰਾਈਵੇ ਦੇ ਵਿੱਚ ਚਲੇ ਗਈ। ਸੋ ਇਹ ਵੀ ਲੜਕੀ ਦੀ ਮੌਤ ਹੋ ਗਈ। ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਆ। 2 ਚੀਅਰ ਲੀਡਰਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਟੈਕਸਸ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਨੇ ਕਿਸੇ ਗਲਤ ਵਹੀਕਲ ਨੂੰ ਹੱਥ ਪਾ ਲਿਆ ਆਪਣਾ ਸਮਝ ਕੇ, ਤੇ ਇਹ ਸਮਝਿਆ ਗਿਆ ਕਿ ਉਹ ਚੋਰੀ ਕਰ ਰਹੀਆਂ ਆ, ਉਹਨਾਂ ਦੇ ਗੋਲੀ ਮਾਰ ਦਿੱਤੀ ਗਈ ਆ। ਤੇ ਇਸ ਤਰੀਕੇ ਦੇ ਨਾਲ ਇੱਕ ਗਲਤ ਡਰਾਈਵੇ ਦੇ ਵਿੱਚ ਮੁੜੀ ਨਿਊਯਾਰਕ ਦੀ ਇੱਕ ਔਰਤ ਦੇ ਗੋਲੀ ਮਾਰ ਦਿੱਤੀ ਗਈ ਵੀ ਮੇਰੇ ਡਰਾਈਵੇ ਦੇ ਵਿੱਚ ਗੱਡੀ ਕਾਹਲੇ ਖੜੀ ਕੀਤੀ। ਇੱਕ ਅਜਿਹੀ ਘਟਨਾ ਹੋਰ ਹੋਈ ਆ ਕਿ ਕੈਂਸਸ ਸਿਟੀ ਦੇ ਵਿੱਚ ਇੱਕ 16 ਸਾਲਾਂ ਦੇ ਬੱਚੇ ਨੇ ਕਿਸੇ ਗੁਆਂਢੀ ਦੀ ਜਾ ਕੇ ਬੈਲ ਮਾਰ ਦਿੱਤੀ ਭੁਲੇਖੇ ਦੇ ਨਾਲ ਤੇ ਉਹਦੇ ਵੱਲੋਂ ਉਸ ਬੱਚੇ ਦੇ ਗੋਲੀ ਮਾਰ ਦਿੱਤੀ ਗਈ। ਸੋ ਇਹ ਸਾਰਾ ਕੁਝ ਹੋ ਰਿਹਾ ਆ। ਇਹਨੂੰ ਲੈ ਕੇ ਹੁਣ ਅਮਰੀਕਨ ਸਮਾਜ ਦੇ ਵਿੱਚ ਕਾਫੀ ਚਰਚਾ ਚੱਲ ਰਹੀ ਆ ਵੀ ਇੰਨਾ ਕੁ ਕੀ ਆਪਣੀ ਸਹਿਣਸ਼ੀਲਤਾ ਖਤਮ ਹੋ ਗਈ ਆ ਵੀ ਜੇਕਰ ਬੱਚੇ ਦੀ ਕਿਸੇ ਦੀ ਬਾਲ ਆ ਜਾਂਦੀ ਆ ਜਾਂ ਗਲਤੀ ਨਾਲ ਬੈਲ ਵਜਾ ਜਾਂਦਾ ਜਾਂ ਬੱਚਾ ਤੁਹਾਡੇ ਨਾਲ ਖੇਡਣ ਲਈ ਤੁਹਾਡੇ ਡਰਾਈਵੇ ਦੇ ਵਿੱਚ ਆ ਜਾਂਦਾ ਜਾਂ ਤੁਹਾਡੇ ਮੈਦਾਨ ਦੇ ਵਿੱਚ ਆ ਜਾਂਦਾ ਵੀ ਉਹਨੂੰ ਗੋਲੀ ਮਾਰਨੀ ਪਵੇ। ਸੋ ਇੱਕ ਜਿਹੜਾ ਕਿਹਾ ਜਾਂਦਾ ਕਿ ਲੋਕੀ ਮਾਨਸਿਕ ਤੌਰ ਦੇ ਉੱਤੇ ਬੜੇ ਪਰੇਸ਼ਾਨ ਆ ਤੇ ਕਰੋਨਾ ਤੋਂ ਬਾਅਦ ਅਜਿਹੇ ਮਾਨਸਿਕ ਰੋਗੀਆਂ ਦੀ ਜਿਹੜੀ ਭਰਮਾਰ ਹੋ ਗਈ ਆ ਤੇ ਉਹ ਫਿਰ ਸੋਚਦੇ ਨਹੀਂ ਵੀ ਉਹ ਕੀ ਕਰਨ ਜਾ ਰਹੇ ਆ। ਸੋ ਇਹ ਤੋਂ ਕਿਵੇਂ ਬਚਣਾ ਆ, ਇਸ ਸੰਬੰਧੀ ਅਮਰੀਕਨ ਸਮਾਜ ਦੇ ਵਿੱਚ ਬੜੀਆਂ ਵਿਚਾਰਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਆ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਰੂਸ ਦੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਿਹੜੇ ਆ ਜੀ ਉਹ ਵਿਕਟਰੀ ਡੇ ਪਰੇਡ ਨੂੰ ਸੰਬੋਧਨ ਕਰ ਰਹੇ ਸੀਗੇ। 9 ਮਈ ਨੂੰ ਵਿਕਟਰੀ ਡੇ ਪਰੇਡ ਰੂਸ ਵਿੱਚ ਮਨਾਈ ਜਾਂਦੀ ਆ। ਉਹ ਕਹਿੰਦੇ ਵੀ ਦੁਨੀਆ ਸਾਡੇ ਨਾਲ ਧੱਕਾ ਕਰ ਰਹੀ ਆ, ਦੁਨੀਆ ਸਾਨੂੰ ਮਾੜਾ ਬਣਾਉਣ ਤੇ ਤੁਲੀ ਹੋਈ ਆ। ਦੁਨੀਆ ਕਹਿ ਰਹੀ ਆ ਵੀ ਰੂਸ ਜਿਹੜਾ ਮਾੜਾ ਆ, ਪਰ ਅਸੀਂ ਮਾੜੇ ਨਹੀਂ ਹੈਗੇ। ਸਾਡੇ ਨਾਲ ਧੱਕਾ ਕੀਤਾ ਜਾ ਰਿਹਾ, ਸਾਡੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਸਾਡਾ ਵਜੂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਅਸੀਂ ਪੱਛਮੀ ਤਾਕਤਾਂ ਦੇ ਇਹ ਮਨਸੂਬੇ ਜਿਹੜੇ ਕਾਮਯਾਬ ਨਹੀਂ ਹੋਣ ਦੇਵਾਂਗੇ। ਉਹ ਕਹਿੰਦੇ ਬਹੁਤ ਹੀ ਮਾੜੀਆਂ ਨੀਤਾਂ ਦੇ ਨਾਲ ਜਿਹੜੇ ਪੱਛਮੀ ਮੁਲਕ ਆ ਬੜੇ ਹੰਕਾਰੀ ਹੋ ਕੇ ਸਾਡੀ ਆਜ਼ਾਦੀ ਖਤਮ ਕਰਨਾ ਚਾਹੁੰਦੇ ਆ, ਪਰ ਅਸੀਂ ਕਿਸੇ ਵੀ ਤਰੀਕੇ ਆਜ਼ਾਦੀ ਖਤਮ ਨਹੀਂ ਹੋਣ ਦੇਵਾਂਗੇ। ਅਸੀਂ ਆਪਣੀ ਮਦਰਲੈਂਡ ਵਾਸਤੇ, ਆਪਣੀ ਮਾਤ ਭੂਮੀ ਵਾਸਤੇ ਲੜਦੇ ਰਹਾਂਗੇ ਤੇ ਦੁਸ਼ਮਣ ਦੇ ਦੰਦ ਖੱਟੇ ਕਰਾਂਗੇ। ਇਹ ਜਿਹੜੀਆਂ ਵੱਡੀਆਂ ਉਹ ਕਹਿੰਦੇ ਪੈਸੇ ਵਾਲੀਆਂ ਤਾਕਤਾਂ ਆ ਸਾਨੂੰ ਬਰਬਾਦ ਕਰਨਾ ਚਾਹੁੰਦੀਆਂ ਆ। ਸੋ ਪੁਤਿਨ ਹੁਣਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ 14 ਮਹੀਨੇ ਹੋ ਗਏ ਆ ਉਹਨਾਂ ਨੇ ਉਲਟਾ ਅਟੈਕ ਯੂਕਰੇਨ ਦੇ ਉੱਤੇ ਕੀਤਾ ਹੋਇਆ ਆ ਤੇ ਯੂਕਰੇਨ ਦੇ ਬਚਾਅ ਦੇ ਵਿੱਚ ਪੱਛਮੀ ਮੁਲਕ ਜਿਹੜੇ ਨੇ ਉਹ ਯੂਕਰੇਨ ਦਾ ਸਾਥ ਦੇ ਰਹੇ ਆ। 14 ਮਹੀਨੇ ਬੀਤ ਜਾਣ ਦੇ ਬਾਅਦ ਵੀ ਰੂਸ ਜਿਹੜਾ ਆ ਉਹ ਜਿੱਤ ਨਹੀਂ ਸਕਿਆ। ਕਿਹਾ ਇਹੀ ਜਾ ਰਿਹਾ ਸੀਗਾ ਵੀ ਕੁਛ ਦਿਨਾਂ ਦੀ ਕਾਰਵਾਈ ਆ, ਪਰ 14 ਮਹੀਨਿਆਂ ਦੇ ਵਿੱਚ ਰੂਸ ਦਾ ਵੱਡਾ ਨੁਕਸਾਨ ਹੋਇਆ ਆ। ਜਿਹੜੇ ਉਹਦੇ ਵੱਡੇ ਵੱਡੇ ਔਲਗਰਿਥ ਸੀਗੇ ਕਈ ਬੈਂਕਰਪਟ ਹੋਣ ਤੱਕ ਚਲੇ ਗਏ ਆ, ਪਾਬੰਦੀਆਂ ਬਹੁਤ ਲੱਗ ਗਈਆਂ। ਰੂਸ ਜਿਹੜਾ ਆਰਥਿਕ ਤੌਰ ਦੇ ਉੱਤੇ ਬੜਾ ਤੰਗ ਪਰੇਸ਼ਾਨ ਹੋਇਆ। ਸੰਸਾਰ ਦੇ ਵਿੱਚ ਜਿਹੜੀ ਆ ਉਹ ਪੋਲਰਾਈਜੇਸ਼ਨ ਮੁਲਕਾਂ ਦੀ ਹੋਈ ਆ, ਕਾਫੀ ਨੁਕਸਾਨ ਜਿਹੜਾ ਉਹਨੂੰ ਚੱਕਣਾ ਪੈ ਰਿਹਾ। ਹੁਣ ਉਲਟਾ ਕੀ ਹੋਇਆ ਕਿ ਉਹਦੇ ਜਿਹੜੇ ਹਥਿਆਰ ਆ ਉਹ ਵੀ ਕਾਰਗਰ ਸਿੱਧ ਨਹੀਂ ਹੋ ਰਹੇ। 25 ਮਿਜ਼ਾਈਲਾਂ ਯੂਕਰੇਨ ਦੇ ਉੱਤੇ ਉਹਨਾਂ ਵੱਲੋਂ ਬੀਤੇ ਦਿਨੀ ਦਾਗੀਆਂ ਗਈਆਂ, ਜਿਨ੍ਹਾਂ ਵਿੱਚੋਂ 23 ਮਿਜ਼ਾਈਲਾਂ ਯੂਕਰੇਨ ਨੇ ਜਿਹੜਾ ਐਂਟੀ ਮਿਸਲ ਡਿਫੈਂਸ ਸਿਸਟਮ ਆ ਉਹਦੀ ਮਦਦ ਦੇ ਨਾਲ ਸਿੱਟ ਲਈਆਂ। ਹੁਣ ਯੂਕਰੇਨ ਨੂੰ ਜਿਹੜਾ ਐਂਟੀ ਮਿਸਲ ਡਿਫੈਂਸ ਸਿਸਟਮ ਹੈਗਾ ਅਮਰੀਕਾ ਤੇ ਜਰਮਨੀ ਨੇ ਪ੍ਰੋਵਾਈਡ ਕੀਤਾ, ਜਿਹਨੂੰ ਕਿ ਪੈਟਰੀਅਟ ਡਿਫੈਂਸ ਮਿਜ਼ਾਈਲਾਂ ਸਿੱਟਣ ਦੇ ਵਾਸਤੇ ਕੰਮ ਆਉਂਦਾ ਆ। ਹੁਣ KH-47 ਵਰਗੀਆਂ ਰੂਸੀ ਮਿਜ਼ਾਈਲਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਰੂਸ ਕਹਿ ਰਿਹਾ ਸੀਗਾ ਕਿ ਮੈਂ ਕਿਸੇ ਵੀ ਮੁਲਕ 'ਤੇ ਚੜ੍ਹਾਈ ਕਰ ਸਕਦਾ ਹਾਂ, ਉਹ ਮਿਜ਼ਾਈਲਾਂ ਇਸ ਡਿਫੈਂਸ ਸਿਸਟਮ ਵੱਲੋਂ ਸਿੱਟੀਆਂ ਗਈਆਂ ਜਿਹੜੀਆਂ ਕਿ ਆਵਾਜ਼ ਦੀ ਸਪੀਡ ਨਾਲੋਂ ਵੀ 10 ਗੁਣਾ ਸਪੀਡ ਦੇ ਉੱਤੇ ਚੱਲਦੀਆਂ। ਸੋ ਰੂਸ ਦਾ ਜਿਹੜਾ ਅਸਲਾ ਸੀਗਾ ਬਣਾਇਆ ਹੋਇਆ ਜਿਹਦੇ ਸਿਰ ਦੇ ਉੱਤੇ ਉਹਨੂੰ ਲੱਗਦਾ ਸੀ ਕਿ ਮੈਂ ਬਹੁਤ ਵੱਡੀ ਤਾਕਤ ਹਾਂ,
ਉਹ ਅਮਰੀਕਨ ਅਤੇ ਜਰਮਨੀ ਸਿਸਟਮ ਦੇ ਮੂਹਰੇ ਕਾਮਯਾਬ ਨਹੀਂ ਹੋ ਰਿਹਾ। 25 ਚੋਂ 23 ਮਿਜ਼ਾਈਲਾਂ ਸੈੱਟ ਲਈਆਂ ਆ। ਹੁਣ ਇਹਦੇ ਨਾਲ ਰੂਸ ਜਿਹੜਾ ਆ ਘਬਰਾਇਆ ਹੋਇਆ ਆ, ਹੋਰ ਜਿਹੜਾ ਆ ਤੀਬਰਤਾ ਦੇ ਨਾਲ ਹਮਲੇ ਕਰਨ ਦੀ ਗੱਲ ਕਰ ਰਿਹਾ। ਇਸ ਲੜਾਈ ਦੇ ਵਿੱਚ ਫੌਜਾਂ ਤਾਂ ਲੜ ਹੀ ਰਹੀਆਂ, ਨਾਲ ਦੀ ਨਾਲ ਲੜਾਕੇ ਜਿਹੜੇ ਬਾਹਰੋਂ ਆ, ਗੈਰ ਕਾਨੂੰਨੀ ਆ, ਫੌਜੀ ਨਹੀਂ ਹੈਗੇ, ਉਹ ਵੀ ਲੜ ਰਹੇ ਆ। ਰੂਸ ਵਾਸਤੇ ਇੱਕ ਅਜਿਹਾ ਗਰੁੱਪ ਹੈ ਜਿਹੜਾ ਵੈਗਨਰ ਗਰੁੱਪ ਨੂੰ ਕਹਿੰਦੇ ਆ, ਉਹ ਵੈਗਨਰ ਗਰੁੱਪ ਵੀ ਹੁਣ ਧਮਕੀਆਂ ਦੇ ਰਿਹਾ ਵੀ ਰੂਸੀ ਫੌਜ ਜਿਹੜੀ ਆ ਸਹੀ ਤਰੀਕੇ ਦੇ ਨਾਲ ਨਹੀਂ ਲੜ ਰਹੀ, ਤੇ ਜੇਕਰ ਸਾਨੂੰ ਪੂਰਾ ਅਸਲਾ ਨਹੀਂ ਮਿਲਿਆ ਅਸੀਂ ਵੀ 10 ਮਈ ਨੂੰ ਯੂਕਰੇਨ ਦੇ ਵਿੱਚੋਂ ਨਿਕਲ ਸਕਦੇ ਹਾਂ। ਇੱਦਾਂ ਅਮਰੀਕਾ ਵਾਸਤੇ, ਹੋਰ ਮੁਲਕਾਂ ਵਾਸਤੇ ਜਿਹੜੇ ਯੂਕਰੇਨ ਵਾਸਤੇ ਲੜ ਰਹੀਆਂ ਹੋਰ ਫੋਰਸਿਸ ਨੇ, ਸਾਬਕਾ ਫੌਜੀ ਨੇ ਨਾਟੋ ਦੇ, ਉਹ ਵੀ ਜਾ ਕੇ ਉੱਥੇ ਇਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਲੜਾਈ ਲੜ ਰਹੇ ਆ। ਸੋ ਬਹੁਤ ਕੁਛ ਜਿਹੜਾ ਉੱਥੇ ਹੋ ਰਿਹਾ ਆ। ਸੋ ਯੂਕਰੇਨ ਦੇ ਮਾਮਲੇ ਦੇ ਵਿੱਚ ਰੂਸ ਕਾਫੀ ਜਿਹੜਾ ਫਸਿਆ ਹੋਇਆ, ਤੇ ਜਿਹੜੇ ਹੁਣ ਰਾਜਸੀ ਮਾਹਰ ਨੇ ਉਹ ਇਹ ਕਹਿ ਰਹੇ ਆ ਵੀ ਨੁਕਸਾਨ ਹੋ ਜਾਣਾ ਆ ਜੇ ਰੂਸ ਜ਼ਿਆਦਾ ਥੱਲੇ ਲਾ ਦਿੱਤਾ ਤਾਂ ਉਹ ਬਚਾਅ ਦੇ ਵਿੱਚ ਆਪਣੇ ਮਰਦਾ ਕੀ ਨਾ ਕਰਦਾ ਦੇ ਕਹਿਣ ਮੁਤਾਬਕ ਪਰਮਾਣੂ ਹਥਿਆਰ ਚਲਾ ਸਕਦਾ ਹੈ, ਜਿਹੜੇ ਕਿ ਪੂਰੀ ਦੁਨੀਆ ਦੇ ਵਾਸਤੇ ਘਾਤਕ ਸਿੱਧ ਹੋ ਸਕਦੇ ਆ। ਇੱਥੇ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।